ਅੰਮ੍ਰਿਤਸਰ ਪਿੰਗਲਵਾੜਾ ਦਾ ਕਿਸਾਨੀ ਸੰਘਰਸ਼ ਵਿੱਚ ਨਿਰੰਤਰ ਯੋਗਦਾਨ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ 10 ਦਸੰਬਰ ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪੁੱਜੀ। ਟੀਮ ਵਿੱਚ ਡਾਕਟਰ ਤੇ ਨਰਸਿੰਗ ਸਟਾਫ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਕਾਫੀ ਮਾਤਰਾ ਵਿੱਚ ਦਵਾਈਆਂ, ਖੇਸ, ਕੰਬਲ, ਰਜਾਈਆਂ ਤੇ ਖਾਣ ਪੀਣ ਦਾ ਸਮਾਨ ਵੀ ਭੇਜਿਆ ਗਿਆ। ਫਿਰ 20 ਦਸੰਬਰ ਨੂੰ ਵੀ ਇੱਕ ਪੂਰੀ ਮੈਡੀਕਲ ਟੀਮ, ਜਿਸ ਦੇ ਵਿੱਚ 2 ਡਾਕਟਰ, 3 ਮੈਡੀਕਲ ਸਟਾਫ ਸ਼ਾਮਲ ਸਨ, ਉਹਨਾਂ ਨੂੰ ਟਿੱਕਰੀ ਬਾਰਡਰ ਦੇ ਉੱਤੇ ਭੇਜਿਆ ਗਿਆ। ਇਸ ਦੇ ਨਾਲ ਹੀ 1000 ਗਰਮ ਜਰਾਬਾਂ ਤੇ 2.5 ਕੁਇੰਟਲ ਪਿੰਨੀਆਂ ਭੇਜੀਆਂ ਗਈਆਂ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਸੰਗਰੂਰ ਬ੍ਰਾਂਚ ਵੱਲੋਂ 22 ਲੱਕੜਾਂ ਨਾਲ ਚੱਲਣ ਵਾਲੇ ਗੀਜ਼ਰ ਭੇਜੇ ਗਏ ਨੇ ਤੇ ਇਸ ਤੋਂ ਇਲਾਵਾ 5000 ਲੋਈਆਂ ਤੇ ਸਾਫ਼ ਪਾਣੀ ਦੀਆਂ ਮਿਨਰਲ ਵਾਟਰ ਬੋਤਲਾਂ ਵੀ ਭੇਜੀਆਂ ਗਈਆਂ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੰਨੀ ਦੇਰ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ, ਪਿੰਗਲਵਾੜਾ ਵੱਲੋਂ ਯੋਗਦਾਨ ਵੀ ਜਾਰੀ ਰਹੇਗਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਪਿੰਗਲਵਾੜਾ ਸੰਸਥਾ ਦੇ ਵਿੱਚ ਇਹ ਜੋ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨ ਪਲੱਸ ਜਨ ਅੰਦੋਲਨ ਜਿਹੜਾ ਚੱਲ ਰਿਹਾ, ਉਹਦੇ ਵਿੱਚ ਪਿੰਗਲਵਾੜਾ ਸੰਸਥਾ ਦਾ ਕੀ ਯੋਗਦਾਨ ਹੈ, ਇਹਦੇ ਵਾਸਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਔਰ ਕਿਉਂਕਿ ਇਹ ਜਿਹੜਾ ਕਾਨੂੰਨ ਪਾਸ ਕੀਤੇ ਗਏ ਹੈ, 3 ਕਾਨੂੰਨ ਪਾਸ ਕੀਤੇ ਗਏ ਹੈ, ਇਹ ਜਿਹੜੇ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਬਿਲਕੁਲ ਨਹੀਂ ਹੈਗੇ। ਇਹ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵੀ ਘਰ ਤੁਹਾਡਾ ਹੈ, ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਨੂੰ ਸਮਝਣ ਵਾਸਤੇ ਗੱਲ ਹੈਗੀ ਹੈ ਵੀ ਤੁਹਾਡਾ ਘਰ ਹੈ, ਪਰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਇੱਥੇ ਕਿਸੇ ਨੂੰ ਰੱਖ ਸਕਦੇ। ਜਿਹੜਾ ਮਰਜ਼ੀ ਜਿਹੜੇ ਪੂੰਜੀਪਤੀ ਨੇ ਉਹ ਫੈਸਲਾ ਕਰਨਗੇ ਕਿ ਤੁਹਾਡੇ ਘਰ 'ਚ ਕੌਣ ਰਹੇਗਾ, ਕੀ ਖਾਏਗਾ, ਕੀ ਪੀਏਗਾ। ਇਹ ਹਿਸਾਬ ਹੋ ਗਿਆ। ਹੁਣ ਕਿਸਾਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਮਕਾਨ ਨਹੀਂ, ਉਹਨਾਂ ਦੀ ਜ਼ਮੀਨ ਪ੍ਰਾਪਰਟੀ ਹੈ, ਉਹਨਾਂ ਦੀ ਜਾਇਦਾਦ ਜ਼ਮੀਨ ਹੈ, ਉਹਨਾਂ ਦੇ ਉਲਟੀ ਜ਼ਮੀਨ ਤੋਂ ਖਾਣੀ ਹੈ। ਔਰ ਉਹਨਾਂ ਨੂੰ ਇਹ ਹੱਕ ਹੀ ਨਾ ਹੋਵੇ ਕਿ ਮੈਂ ਆਪਣੀ ਜ਼ਮੀਨ ਵਿੱਚ ਕੀ ਪਿਉਣਾ ਹੈ, ਕੀ ਇਹਨੂੰ ਵੱਢਣਾ ਹੈ ਅਤੇ ਕਿੱਥੇ ਵੇਚਣਾ ਹੈ। ਇਹਨੂੰ ਉਹਦੇ ਹੱਥ ਵਿੱਚ ਨਹੀਂ ਹੋਵੇਗਾ, ਉਹ ਕਿਸੇ ਹੋਰ ਦੇ ਹੱਥ ਵਿੱਚ ਹੋਏਗਾ। ਉਹ ਕਿਵੇਂ ਬਰਦਾਸ਼ਤ ਕੋਈ ਕਰ ਸਕਦਾ? ਇਹ ਤਾਂ ਕਿਸਮ ਦੀ ਆਜ਼ਾਦੀ ਦੇ ਉੱਤੇ ਹਮਲਾ ਹੈਗਾ। ਕਿਸਾਨਾਂ ਨੂੰ ਦੇ ਜਿਹੜਾ ਸੀਗਾ ਜਿਹੜਾ ਚੱਲ ਰਿਹਾ ਸੀ, ਬੜੇ ਲੋਕ ਜਿਹੜੇ ਕਿਸਾਨ ਵੀਰ ਸੀਗੇ ਉਹ ਖੁਦਕੁਸ਼ੀਆਂ ਕਰ ਰਹੇ ਸੀ, ਕਿਉਂਕਿ ਉਹ ਪਹਿਲਾਂ ਹੀ ਸਿਸਟਮ ਦੇ ਵਿੱਚ ਕਾਫੀ ਖਰਾਬੀ ਸੀ। ਪਰ ਉਹਦਾ ਜਿਹੜਾ ਸੁਧਾਰ ਸੀ ਉਹ ਗਲਤ ਢੰਗ ਨਾਲ ਕੀਤਾ ਗਿਆ। ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਸਾਰੀਆਂ ਫਸਲਾਂ ਨੇ, ਜਿਹੜੀਆਂ ਭਾਰਤ ਵਰਸ਼ ਬਾਹਰੋਂ ਮੰਗਾਉਂਦਾ ਫਸਲਾਂ, ਜਿਵੇਂ ਮੂੰਗੀ ਮੰਗਾਉਂਦਾ, ਤੇਲਾਂ ਦੇ ਬੀਜ ਮੰਗਾਉਂਦਾ, ਉਹ ਸਾਡੇ ਦੇਸ਼ ਵਿੱਚ ਉੱਗ ਸਕਦੇ ਨੇ। ਤਾਂ ਤੁਸੀਂ ਉਹਦੇ 'ਤੇ ਜਿਹੜਾ ਸੀਗਾ MSP ਉਹਨਾਂ ਫਸਲਾਂ 'ਤੇ ਦੇ ਦਿਓ ਜਿਹੜੀਆਂ ਸਾਡੇ ਦੇਸ਼ ਨੂੰ ਚਾਹੀਦੀਆਂ ਨੇ, ਸਾਨੂੰ ਬਾਹਰੋਂ ਨਾ ਮੰਗਾਉਣੀਆਂ ਪੈਣ। ਜੇ ਇੱਦਾਂ ਕਰ ਦਿੰਦੇ ਤਾਂ ਉਹਦੇ 'ਤੇ MSP ਮਿਲਦੀ ਤਾਂ ਕਿਸਾਨ ਆਪੇ ਹੀ ਉਹੀ ਫਸਲਾਂ ਬੀਜਣ ਲੱਗ ਜਾਂਦੇ ਅਤੇ ਨਾ ਸਾਡੇ ਦੇਸ਼ ਨੂੰ ਬਾਹਰੋਂ ਮੰਗਾਉਣੀਆਂ ਪੈਂਦੀਆਂ ਇਹ ਚੀਜ਼ਾਂ, ਅਤੇ ਨਾਲੇ ਸਾਡਾ ਪਾਣੀ ਬਚਦਾ, ਕਿਉਂਕਿ ਦਾਲਾਂ ਦੇ ਵਿੱਚ ਪਾਣੀ ਦੀ ਘੱਟ ਲੋੜ ਪੈਂਦੀ ਹੈ, ਨਾ ਹੀ ਪਰਾਲੀ ਹੁੰਦੀ, ਨਾ ਹੀ ਉਹਨੂੰ ਅੱਗ ਲਾਉਣੀ ਪੈਂਦੀ, ਅਤੇ ਨਾਲੇ ਸਾਡਾ ਇਨਵਾਇਰਮੈਂਟ ਠੀਕ ਹੋ ਜਾਂਦਾ। ਸੁਧਾਰ ਤਾਂ ਇੱਦਾਂ ਦਾ ਚਾਹੀਦਾ ਸੀਗਾ ਜਿਹਦੇ ਨਾਲ ਸਾਡੇ ਭਾਰਤ ਵਰਸ਼ ਦਾ ਵੀ ਫਾਇਦਾ ਹੁੰਦਾ, ਸਾਨੂੰ ਬਾਹਰੋਂ ਨਾ ਮੰਗਵਾਉਣੀਆਂ ਪੈਂਦੀਆਂ ਚੀਜ਼ਾਂ। ਪਰ ਹੋਇਆ ਉਲਟ। ਪਰ ਕਿਉਂਕਿ ਇਹ ਜਿਹੜਾ ਸੀ ਇਹ ਕਿਸਾਨਾਂ ਵਾਸਤੇ ਬਣਾਇਆ ਹੀ ਨਹੀਂ ਗਿਆ, ਆਪੇ ਹੀ ਉਹਨਾਂ ਨੇ ਮੰਨਿਆ ਹੈਗਾ ਕਿ ਇਹ ਟਰੇਡ ਵਾਸਤੇ ਬਣਾਇਆ, ਤਜਾਰਤ ਵਾਸਤੇ ਇਹ ਕਾਨੂੰਨ ਬਣਾਏ ਗਏ ਨੇ, ਤਾਂ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਜਿਹੜੇ ਨੇ ਪੂੰਜੀਪਤੀਆਂ ਦੇ ਹਿਸਾਬ ਦੇ ਨਾਲ ਜਾਂ ਵਰਲਡ ਟਰੇਡ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਹਿਸਾਬ ਨਾਲ ਬੀਜੀਆਂ ਜਾਣ, ਉਹ ਨਹੀਂ ਉੱਥੇ ਸਬਸਿਡੀਆਂ ਵੀ ਖਤਮ ਕੀਤੀਆਂ ਜਾਣ। ਅਤੇ ਵੇਖੋ ਬੜੀ ਅਜੀਬ ਗੱਲ ਹੈ ਕਿ ਬਾਕੀ ਦੇਸ਼ ਬਹੁਤ ਸਾਰੀਆਂ ਸਬਸਿਡੀਆਂ ਦਿੰਦੇ ਆ ਐਗਰੀਕਲਚਰ ਡਿਪਾਰਟਮੈਂਟ ਨੂੰ। ਅਸੀਂ ਉਹਨਾਂ ਦੇ ਭਾਅ ਤਾਂ ਵਧਾਉਂਦੇ ਨਹੀਂ, ਪਰ ਅਸੀਂ ਯੂਰੀਆ ਦਾ ਵੀ ਭਾਅ ਵਧਾਉਂਦੇ ਹਾਂ, ਅਸੀਂ ਡੀਜ਼ਲ ਦਾ ਵੀ ਭਾਅ ਵਧਾ ਦਿੰਦੇ ਹਾਂ ਹਰ ਵਾਰੀ। ਅਤੇ ਅਸੀਂ ਕਿਸਾਨ ਨੂੰ ਰੋਜ਼ ਨਿੱਤ ਦੇ ਨਿੱਤ ਇੱਕ ਗਰੀਬੀ ਦੇ ਨਾਲ ਲੜਨ ਵਾਸਤੇ, ਜੂਝਣ ਵਾਸਤੇ ਤੇ ਬਣਾਇਆ ਹੋਇਆ, ਜਿਹਦੇ ਕਰਕੇ ਖੁਦਕੁਸ਼ੀਆਂ ਕਰਦੇ ਸੀ। ਪਰ ਸੁਧਾਰ ਕਰਨ ਦੀ ਬਜਾਏ ਨਿਘਾਰ ਵੱਲ ਨੂੰ ਅਸੀਂ ਤੁਰ ਪਏ। ਅਸੀਂ ਉਹਨਾਂ ਦਾ ਹੋਰ ਨਿਘਾਰ ਕਰ ਦਿੱਤਾ ਅਤੇ ਅਸੀਂ ਪੂੰਜੀਪਤੀਆਂ ਦਾ ਸਾਡੀ ਸਰਕਾਰ ਨੇ ਫਾਇਦਾ ਸੋਚਣਾ ਸ਼ੁਰੂ ਕਰ ਦਿੱਤਾ। ਅਤੇ ਜਿਹੜੇ ਪੂੰਜੀਪਤੀ ਨੇ ਅਤੇ ਸਾਡੇ ਰਾਜਨੀਤਿਕ ਲੋਕ ਨੇ ਇਹ ਮਿਲ ਕੇ ਪਹਿਲਾਂ ਹੀ ਸਟੋਰ ਤਿਆਰ ਕਰ ਰਹੇ ਸੀ, ਕਿਉਂਕਿ ਇਹਨਾਂ ਨੂੰ ਪਹਿਲਾਂ ਨੀਤੀ ਦਾ ਪਤਾ ਲੱਗ ਜਾਂਦਾ। ਜਦੋਂ ਨੋਟਬੰਦੀ ਹੋਣੀ ਸੀ ਉਦੋਂ ਵੀ ਜਿਹੜੇ ਅਮੀਰ ਆਦਮੀ ਸੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਨੋਟਬੰਦੀ ਹੋਣੀ ਹੈ। ਉਹਨਾਂ ਨੇ ਪਹਿਲਾਂ ਹੀ ਬੈਂਕ ਵਾਲਿਆਂ ਨਾਲ ਮਿਲ ਕੇ ਆਪਣੇ ਪੈਸੇ, ਜਿਹੜੇ ਵਿਚਾਰੇ ਗਰੀਬ ਸੀ ਉਹ ਲਾਈਨਾਂ 'ਚ ਲੱਗ ਕੇ ਧੱਕੇ ਖਾਂਦੇ ਸੀ। ਤਾਂ ਸਾਰਾ ਜਿਹੜਾ ਸਿਸਟਮ ਹੈ ਜਿਹਦੇ ਕਰਕੇ ਸਾਡੇ ਬੱਚੇ ਜਿਹੜੇ ਨੇ ਬਾਹਰ, ਸਾਡੇ ਜਿਹੜੇ ਵੱਡੇ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ,
ਕਿਉਂ ਭੇਜ ਰਹੇ ਨੇ? ਜੇ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਕਹਿੰਦੇ ਤੇ ਸਿਸਟਮ ਠੀਕ ਨਹੀਂ ਹੈਗਾ। ਤੇ ਬਜਾਏ ਇਹਦੇ ਕਿ ਅਸੀਂ ਆਪਣੇ ਦੇਸ਼ ਦੇ ਸਿਸਟਮ ਨੂੰ ਠੀਕ ਕਰੀਏ, ਇੱਕ ਅਕਾਲ ਪੁਰਖ ਨੇ ਕਲਾ ਵਰਤਾਈ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਕਿਸਾਨਾਂ ਨੂੰ ਦੇ ਦਿੱਤੀ ਹੈ। ਪਰ ਕਿਉਂਕਿ ਕਿਸਾਨ ਇਕੱਲੇ ਆਪਣੇ ਲਈ ਨਹੀਂ ਲੜ ਰਹੇ, ਇਹ ਲੜਾਈ ਜਿਹੜੀ ਹੈ ਪੂੰਜੀਪਤੀਆਂ ਦੇ ਵਿਰੁੱਧ ਹੈ, ਇਹ ਜਿਹੜਾ ਸਿਸਟਮ ਹੈ ਉਹਦੇ ਵਿਰੁੱਧ ਹੈ। ਇਸ ਕਰਕੇ ਕਿਸਾਨਾਂ ਦੀ ਹਮਾਇਤ ਵਿੱਚ ਜੱਜ ਵੀ ਆ ਗਏ, ਵਕੀਲ ਵੀ ਆ ਗਏ, ਵਿਦਿਆਰਥੀ ਵੀ ਆ ਗਏ, ਕਿਉਂਕਿ ਵਿਦਿਆਰਥੀਆਂ ਨਾਲ ਵੀ ਪਿੱਛੇ ਜੇ ਬਹੁਤ ਜ਼ਿਆਦਤਾਂ ਹੋਈਆਂ ਨੇ। ਤੇ ਸਾਡੇ ਜਿਹੜੇ ਕਿਸਾਨ ਨੇ ਇਹਨਾਂ ਦੇ ਬੱਚੇ ਬਾਰਡਰ ਤੇ ਲੜਦੇ ਆ। ਲਾਲ ਬਹਾਦਰ ਸ਼ਾਸਤਰੀ ਜੀ ਨੇ ਜਿਹੜਾ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਉਹ ਸਾਰੇ ਭਾਰਤ ਵਰਸ਼ ਦੇ ਲੋਕਾਂ ਦੇ, ਕਿਉਂਕਿ ਸਾਡੇ 60-70% ਜਿਹੜੀ ਆਬਾਦੀ ਹੈ ਉਹ ਕਿਸਾਨੀ ਦੇ ਉੱਤੇ ਨਿਰਭਰ ਹੈਗੀ ਹੈ। ਤੇ ਇਸ ਕੇ ਜੇ ਅਸੀਂ ਕਿਸਾਨ ਨੂੰ ਇੰਨਾ ਗਰੀਬ ਕਰ ਦਿੱਤਾ ਤਾਂ ਸਾਡੇ ਦੇਸ਼ ਦਾ ਕੀ ਬਣੇਗਾ? ਇੱਕ ਪਾਸੇ ਅਸੀਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਉਹਨਾਂ ਨੂੰ ਹੋਰ ਗਰੀਬਾਂ ਨੂੰ ਬਿਲਕੁਲ ਹੀ ਮਾਰ ਖਤਮ ਕਰਨ ਦੀ ਗੱਲ ਕਰ ਰਹੇ ਹਾਂ। ਤੋ ਇਸ ਕਰਕੇ ਇਹ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਪਿੰਗਲਾ ਸੰਸਥਾ ਨੇ, ਕਿਉਂਕਿ ਇਹਦਾ ਸਰਬੱਤ ਦਾ ਭਲਾ ਸਾਡਾ ਜਿਹੜਾ ਨਿਸ਼ਾਨਾ ਹੈ, ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਰਬੱਤ ਦਾ ਭਲਾ ਕਰੋ, ਨਿਮਰਤਾ 'ਚ ਰਹੋ। ਤਾਂ ਇਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਪਿੰਗਲਾ ਸੰਸਥਾ ਹੈ, ਅਸੀਂ ਫੈਸਲਾ ਕੀਤਾ ਪਿੰਗਲਾ ਸੰਸਥਾ ਦੇ ਸਾਰੇ ਸੇਵਾਦਾਰਾਂ ਨੇ ਕਿ ਸਾਡਾ ਤਾਂ ਕੰਮ ਹੈ ਸੇਵਾ ਕਰਨਾ। ਤਾਂ ਇਸ ਕਰਕੇ ਜਿੱਥੇ ਵੀ ਕਿਸਾਨ ਵੀਰ ਬੈਠੇ ਨੇ ਉਹਨਾਂ ਦੀਆਂ ਤਕਲੀਫਾਂ ਤੋਂ ਅਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ, ਕਿਸੇ ਉਹਦੇ 'ਚ ਕੀ ਯੋਗਦਾਨ ਪਾ ਸਕਦੇ ਹਾਂ। ਤਾਂ ਸਾਡੀ ਪਹਿਲੀ ਟੀਮ ਜਿਹੜੀ ਗਈ ਉਹਦੇ ਵਿੱਚ ਅਸੀਂ ਦਵਾਈਆਂ ਲੈ ਕੇ ਗਏ, ਉਸ ਦੇ ਵਿੱਚ ਅਸੀਂ ਛੋਲਿਆਂ ਦੇ ਦਾਣੇ ਲੈ ਕੇ ਗਏ, ਗੱਚਕ ਲੈ ਕੇ ਗਏ ਕਾਫੀ ਸਾਰੀ, ਤੇ ਕਿਉਂਕਿ ਸਰਦੀਆਂ ਦੇ ਦਿਨ ਹੈ। ਔਰ ਇਹ ਵੀ ਅਸੀਂ ਦੱਸਣਾ ਚਾਹੁੰਦੇ ਸੀ ਕਿ ਸਾਡੀ ਜਿਹੜੀ ਖੁਰਾਕ ਆ ਕਿੱਦਾਂ ਦੀ ਹੋਣੀ ਚਾਹੀਦੀ ਹੈ। ਫਿਰ ਅਸੀਂ ਬਹੁਤ ਸਾਰਾ ਸਾਹਿਤ ਲੈ ਕੇ ਗਏ, ਜਿੱਦਾਂ 'ਚ ਅਸੀਂ ਕੁਦਰਤੀ ਖੇਤੀ ਦੀਆਂ ਕਿਤਾਬਾਂ ਲੈ ਗਏ। ਅੱਜ ਜਿਹੜੇ ਵਿਦਵਾਨਾਂ ਆ ਰਹੇ ਆ ਬਹੁਤ ਵਧੀਆ ਉਹ ਛਾਪ ਕੇ ਅਸੀਂ ਕਿਤਾਬਾਂ ਜਿਹੜੀਆਂ ਪੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ, ਤੇ ਅਰਥ ਵਿਵਸਥਾ ਨੂੰ ਕੌਣ ਕੰਟਰੋਲ ਕਰ ਰਿਹਾ ਹੈ, ਸਾਰੀ ਵਿਸ਼ਵ ਦੀ ਅਰਥ ਵਿਵਸਥਾ ਨੂੰ ਕੌਣ ਕੰਟਰੋਲ ਕਰ ਰਿਹਾ ਹੈ, ਇਹ ਬਹੁਤ ਸਾਰੀਆਂ ਕਿਤਾਬਾਂ, ਤੇ ਕੁਦਰਤੀ ਖੇਤੀ ਦੀਆਂ ਕਿਤਾਬਾਂ, ਤੇ ਬਾਕੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਹੈ, ਇਹ ਸਾਰੀਆਂ ਕਿਤਾਬਾਂ ਅਸੀਂ ਲੈ ਕੇ ਗਏ ਸੀਗੇ। 2 ਦਿਨ ਅਸੀਂ ਪਹਿਲਾਂ ਲਾ ਕੇ ਆਏ ਸੀਗੇ। ਔਰ ਉੱਥੇ ਜਾ ਕੇ ਜਦ ਅਸੀਂ ਮਹਿਸੂਸ ਕੀਤਾ ਵੀ ਹੋਰ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਹੈ, ਤਾਂ ਫਿਰ ਅਸੀਂ ਦੁਬਾਰਾ ਪ੍ਰੋਗਰਾਮ ਬਣਾਇਆ। 2 ਦਿਨ ਵਾਸਤੇ ਫਿਰ ਗਏ, ਕਿਉਂਕਿ ਅਸੀਂ ਟਿੱਪਰੀ ਬਾਰਡਰ 'ਤੇ ਅਸੀਂ ਪਹਿਲਾਂ ਨਹੀਂ ਸੀ ਜਾ ਸਕੇ। ਉਹ ਦੁਬਾਰਾ ਅਸੀਂ ਪਹਿਲੇ ਦਿਨ ਟਿੱਪਰੀ ਬਾਰਡਰ 'ਤੇ ਗਏ। ਉਹਨਾਂ ਦੀ ਜਿਹੜੀ ਹਾਲਤ ਸੀ ਬਹੁਤ ਵਧੀਆ ਨਹੀਂ ਸੀ ਟਿੱਪਰੀ ਬਾਰਡਰ 'ਤੇ, ਕਿਉਂਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਸੀਗੇ ਕਿਸਾਨ ਉਹ ਇੱਕੋ ਥਾਂ 'ਤੇ ਬੈਠੇ ਸੀ, ਕੋਈ 10-11 ਕਿਲੋਮੀਟਰ ਦੇ ਵਿੱਚ ਵੱਖਰੇ ਨਹੀਂ ਸੀ। ਪਰ ਟਿੱਪਰੀ ਬਾਰਡਰ 'ਤੇ ਜਦੋਂ ਅਸੀਂ ਦੇਖਿਆ ਕਿ ਕੋਈ ਕਿਸਾਨ ਤਾਂ ਬਹਾਦਰਗੜ੍ਹ ਬੈਠਾ, ਕੋਈ ਬਾਈਪਾਸ 'ਤੇ ਬੈਠਾ, ਕੋਈ ਆਊਟਰ ਰਿੰਗ ਰੋਡ ਦੇ ਉੱਤੇ ਟਰਾਲੀਆਂ ਖਲੋਤੀਆਂ ਨੇ, ਤਾਂ ਸਾਰੀ ਜਿਹੜੀ ਅਸੀਂ ਕੋਈ ਸਮੱਗਰੀ ਦਿੰਦਾ ਹੈ ਉਹ ਉੱਥੇ ਪਹੁੰਚਾਉਣੀ ਬੜੀ ਮੁਸ਼ਕਿਲ ਸੀ। ਫਿਰ ਪਤਾ ਲੱਗਿਆ ਵੀ ਇੱਥੇ ਗਰਮ ਪਾਣੀ ਦੀ ਲੋੜ ਹੈਗੀ ਹੈ। ਤਾਂ ਮੈਂ ਆ ਕੇ ਫਿਰ ਜਦੋਂ ਗੱਲ ਕੀਤੀ ਤਾਂ ਸਾਡੇ ਜਿਹੜੇ ਇੰਚਾਰਜ ਹੈ ਸੰਗਰੂਰ ਬ੍ਰਾਂਚ ਫ੍ਰੀ ਸੇਵਾ ਕਰਦੇ ਆ ਤਰਲੋਚਨ ਸਿੰਘ ਜੀ ਚੀਮਾ, ਉਹਨਾਂ ਨੇ 1 ਲੱਖ ਰੁਪਇਆ ਦਿੱਤਾ ਵੀ ਕਿਸਾਨਾਂ ਵਾਸਤੇ ਤੁਸੀਂ ਮਦਦ ਵਾਸਤੇ ਤੁਸੀਂ ਜੋ ਕਰਨਾ ਚਾਹੋ ਕਰੋ। ਤਾਂ 50,000 ਦੀਆਂ ਅਸੀਂ ਦਵਾਈਆਂ ਲਈਆਂ, 50,000 ਦੀਆਂ ਪਿੰਨੀਆਂ ਬਣਾਈਆਂ, 1 ਲੱਖ ਰੁਪਇਆ ਸਰ ਬਖਸ਼ੀਸ਼ ਸਿੰਘ ਹੋਰਾਂ ਦੇ ਭਰਾ ਨੇ ਸਾਨੂੰ ਭੇਜਿਆ ਬਾਹਰਲੇ ਦੇਸ਼ ਤੋਂ। ਉਹ ਇਹ ਸਾਰਾ ਕੁਝ ਫਿਰ ਅਸੀਂ ਪਿੰਨੀਆਂ ਬਣਾਈਆਂ, ਅਸੀਂ ਜਿਹੜੇ ਸੀ ਵੁੱਡ ਗੀਜ਼ਰ ਪਿੰਨੀਆਂ ਬਣਾਈਆਂ, ਆਪਾਂ ਲੈ ਕੇ ਗਏ ਟੂਥਬਰਸ਼, ਪੇਸਟ, ਤੇਲ, ਜਰਾਬਾਂ ਤੇ ਲੋਈਆਂ। ਪਿੰਗਲਾ ਸੰਸਥਾ ਜਿਹੜੀਆਂ ਸਾਡੇ ਕੋਲ ਲੋਈਆਂ ਪਈਆਂ ਸੀ ਸੰਗਤਾਂ ਦੀਆਂ ਦਿੱਤੀਆਂ ਹੋਈਆਂ। ਥੋੜ੍ਹਾ ਕੁਛ ਅਸੀਂ ਬਾਜ਼ਾਰੋਂ ਖਰੀਦਿਆ, ਜਾਂ ਟੂਥਪੇਸਟ ਵਗੈਰਾ, ਬਰੱਸ਼, ਤੇ ਅਸੀਂ ਤੇ ਬਹੁਤ ਸਾਰਾ ਸਾਹਿਤ, ਕਈ ਭੋਰੀਆਂ ਸਾਹਿਤ ਅਸੀਂ ਲੈ ਕੇ ਗਏ, ਜਿਹੜੀਆਂ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਜਾਗਰਤੀ ਕੀਤੀ। ਕਿਉਂਕਿ ਕਿਸਾਨ ਤਾਂ ਹੀ ਬਚੇਗਾ ਜੇ ਕੁਦਰਤੀ ਖੇਤੀ ਕਰੇਗਾ ਤੇ ਕੋਆਪਰੇਟਿਵ ਖੇਤੀ ਕਰੇਗਾ। ਇਸ ਤੇ ਜੇ ਸਾਡਾ ਜਿਹੜਾ ਜੋ ਵੀ ਅੰਦੋਲਨ ਚੱਲ ਰਿਹਾ ਹੈ, ਜੇ ਜਿੱਤ ਵੀ ਜਾਂਦੇ ਆ ਕਿਸਾਨ, ਤਾਂ ਫਿਰ ਵੀ ਉਹਨਾਂ ਨੂੰ ਕੁਦਰਤੀ ਖੇਤੀ ਕਰਨੀ ਪਏਗੀ ਤਾਂ ਕਿ ਉਹਨਾਂ ਦਾ ਖਰਚ ਘੱਟ ਹੋਵੇ। ਔਰ ਜੋ ਸਾਡੇ 'ਚ ਦੂਰੀਆਂ ਪੈ ਗਈਆਂ ਸੀਗੀਆਂ ਆਪਸ ਵਿੱਚ, ਹੰਕਾਰ ਆ ਗਿਆ ਸੀਗਾ ਲੋਕਾਂ ਦੇ ਵਿੱਚ, ਵੱਖਰੇ ਟਰੈਕਟਰ ਖੜਾਉਣੇ ਸ਼ੁਰੂ ਕਰਤੇ, ਸਾਰਾ ਕੁਝ ਵੱਖਰੇ ਸੰਦ ਲੈਣੇ ਸ਼ੁਰੂ ਕਰਤੇ, ਜਿਹੜਾ ਆਪਸ ਵਿੱਚ ਮਿਲਵਰਤਨ ਖਤਮ ਹੋ ਗਿਆ ਸੀ ਪਿੰਡਾਂ ਵਿੱਚ। ਇਸ ਅੰਦੋਲਨ ਦਾ ਬਹੁਤ ਵੱਡਾ ਫਾਇਦਾ ਹੋਇਆ ਕਿ ਸਾਰੇ ਇੱਕ ਦੂਜੇ ਦੀ ਮਦਦ ਲਈ ਤਿਆਰ ਹੈ। ਪੰਜਾਬ ਤੇ ਹਰਿਆਣਾ ਤਾਂ ਕਿ
ਸਾਰੇ ਭਾਰਤ ਵਰਸ਼ ਦੇ ਕਿਸਾਨ ਉੱਥੇ ਸਾਨੂੰ ਮਿਲਦੇ ਹੈ, ਜੇ ਭਾਵੇਂ ਬਿਹਾਰ ਦੇ ਹੋਣ ਚਾਹੇ ਕਰਨਾਟਕਾ ਦੇ ਹੋਣ। ਕਿ ਕਵਿਤਾ ਗੁਰੂ ਗ੍ਰੰਥੀ ਉੱਥੇ ਲੇਡੀ ਹੈਗੀ ਹੈ, ਬਹੁਤ ਦੇਰ ਪਹਿਲਾਂ ਸਾਡੇ ਨਾਲ ਜੁੜੇ ਹੋਏ ਕਰਨਾਟਕਾ ਤੋਂ, ਉਹ ਵੀ ਉੱਥੇ ਆਏ ਹੋਏ ਸੀਗੇ। ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਵੱਖਰੀਆਂ ਵੱਖਰੀਆਂ ਸੂਬਿਆਂ ਤੋਂ। ਇੱਕ ਸਭ ਤੋਂ ਵੱਡਾ ਜਿਹੜਾ ਕੰਮ ਖਰਾਬ ਹੈ ਸਾਡੀ ਸਰਕਾਰ ਦਾ ਕਿ ਸਾਰੇ ਸੂਬਿਆਂ ਦੇ ਅਧਿਕਾਰ ਜਿਹੜੇ ਹੈ ਉਹ ਖਤਮ ਕਰਕੇ ਹਰ ਇੱਕ ਚੀਜ਼ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ, ਆਪਣੇ ਅੰਡਰ ਕਰਨਾ ਚਾਹੁੰਦੇ ਆ, ਭਾਵੇਂ ਉਹ ਕੋਈ ਵੀ ਹੈਗਾ। ਜੇ ਪੜ੍ਹਾਈ ਦੀ ਨੀਤੀ ਹੈ ਤਾਂ ਵੀ ਆਪਣੇ ਅਧੀਨ ਕਰਨਾ ਚਾਹੁੰਦੀ ਹੈ, ਤੇ ਜੇ ਹਰ ਇੱਕ ਚੀਜ਼ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੇ ਆ। ਸਾਡੇ ਸਟੇਸ਼ਨ ਵੇਚ ਦਿੱਤੇ, ਸਾਡੇ ਏਅਰਪੋਰਟ ਵੇਚ ਦਿੱਤੇ, ਸੜਕਾਂ ਵੇਚ ਦਿੱਤੀਆਂ। ਤਾਂ ਸਰਕਾਰ ਦਾ ਕੰਮ ਤਾਂ ਹੁਣ ਸਿਰਫ ਇਹ ਰਹਿ ਗਿਆ ਕਿ ਪੈਸੇ ਗਰੀਬਾਂ ਕੋਲ ਖੋਹ ਕੇ ਅਮੀਰਾਂ ਨੂੰ ਕਿਵੇਂ ਦੇਣੇ ਆ। ਜਿਹੜੇ ਸਰਕਾਰ ਨੇ ਸਕੂਲ ਵੀ ਨਹੀਂ ਚਲਾਉਣੇ, ਜੇ ਉਹਨਾਂ ਨੇ ਹਸਪਤਾਲ ਵੀ ਨਹੀਂ ਚਲਾਉਣੇ, ਜੇ ਉਹਨਾਂ ਨੇ ਸਟੇਸ਼ਨ ਵੀ ਨਹੀਂ ਚਲਾਉਣੇ, ਤਾਂ ਫਿਰ ਸਰਕਾਰ ਨੇ ਕਰਨਾ ਕੀ ਹੈ? ਇਹ ਸੋਚਣ ਵਾਲੀ ਗੱਲ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜਾਗਰਤੀ ਹੋਣਾ ਪਏਗਾ। ਆਪਣੇ ਭਾਰਤ ਵਰਸ਼ 'ਚ ਜੋ ਸਿਸਟਮ ਚੱਲ ਰਿਹਾ ਕਿ ਪਹਿਲਾਂ ਪੈਸੇ ਇਕੱਠੇ ਕਰੋ ਫਿਰ ਲੋਕਾਂ ਨੂੰ ਵੰਡ ਕੇ ਵੋਟਾਂ ਲਾਓ, ਇਸ ਸਿਸਟਮ ਨੂੰ ਸਾਨੂੰ ਬਦਲਣਾ ਹੀ ਪਏਗਾ। ਨਹੀਂ ਤਾਂ ਸਾਡਾ ਭਾਰਤ ਵਰਸ਼ ਜਿਹੜਾ ਕਦੇ ਵੀ ਆਤਮ ਨਿਰਭਰ ਦਾ ਕੀ ਹੋਣਾ, ਸਾਡਾ ਤਾਂ ਸਾਰਾ ਦੇਸ਼ ਹੀ ਖਤਮ ਹੋਣ ਤੇ ਕੰਢੇ ਤੇ ਆਇਆ ਹੋਇਆ। ਤਾਂ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਕਿ ਜਿਹੜੇ ਨੇ ਜਨ ਅੰਦੋਲਨ ਬਣਾ ਕੇ ਆਪਣੇ ਭਾਰਤ ਵਰਸ਼ ਨੂੰ ਚੰਗਾ ਬਣਾਈਏ, ਸਾਰੇ ਰਲ ਮਿਲ ਕੇ ਰਹੀਏ, ਮਾੜੀ ਮਾੜੀਆਂ ਗੱਲਾਂ ਤੇ ਨਾ ਲੜੀਏ। ਅਸੀਂ ਛੋਟੇ ਛੋਟੀਆਂ ਗੱਲਾਂ ਨੂੰ ਉਡਾ ਕੇ ਲੜਦੇ ਹਾਂ। ਕੋਸ਼ਿਸ਼ ਬਹੁਤ ਕੀਤੀ ਆ, ਕੋਈ SYL ਕਨਾਲ ਦੀ ਗੱਲ ਕਰ ਵਿੱਚ ਛੇੜ ਲੈਂਦੇ ਆ, ਕੋਈ ਦਲਿਤਾਂ ਤੇ ਮੁਸਲਮਾਨ, ਕੋਈ ਵੰਡੀਆਂ ਪਾ ਕੇ। ਅੱਗੇ ਵੀ ਭਾਰਤ ਵਰਸ਼ ਇੰਨੇ ਸਾਲ ਜਿਹੜਾ ਗੁਲਾਮ ਰਿਹਾ, ਕਿਉਂਕਿ ਇਹ ਵੰਡਿਆ ਹੋਇਆ ਸੀਗਾ ਵੱਖਰੇ ਵੱਖਰੇ, ਕੋਈ ਹਿੰਦੂ, ਕੋਈ ਸਿੱਖ, ਕੋਈ ਮੁਸਲਮਾਨ, ਕੋਈ ਉੱਚਾ, ਕੋਈ ਨੀਚਾ, ਸਾਰੇ ਭੇਦ ਗੁਰੂ ਸਾਹਿਬ ਨੇ ਖਤਮ ਕੀਤੇ। ਔਰ ਅੱਜ ਜੋ ਹਫਤਾ ਚੱਲ ਰਿਹਾ, ਜਿਹੜਾ ਦਸੰਬਰ ਦਾ ਅਖੀਰਲਾ ਹਫਤਾ ਹੈ, ਜਿਹਦੇ 'ਚ ਸ਼ਹਾਦਤਾਂ ਦਾ ਢੇਰ ਲੱਗਿਆ ਹੋਇਆ, ਜਿਹਦੇ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਰਾ ਪਰਿਵਾਰ ਜਿਹੜਾ ਉਹ ਅੱਜ ਸਾਰਿਆਂ ਲਈ ਉਹ ਇੰਸਪੀਰੇਸ਼ਨ, ਸੋਰਸ ਆਫ ਇੰਸਪੀਰੇਸ਼ਨ ਬਣਿਆ ਹੋਇਆ, ਸਾਰਿਆਂ ਨੂੰ ਤਾਕਤ ਬਖਸ਼ ਰਿਹਾ ਹੈ ਕਿ ਤੁਸੀਂ ਆਪਣੇ ਦੇਸ਼ ਨੂੰ ਚੰਗਾ ਬਣਾਓ, ਸਰਬੱਤ ਦਾ ਭਲਾ ਕਰੋ, ਪਿਆਰ ਨਾਲ ਰਹੋ ਔਰ ਇੱਕ ਦੂਜੇ ਦਾ ਦੁੱਖ ਵੰਡੋ। ਇਹ ਸਾਡਾ ਜਿਹੜਾ ਪਿੰਗਲਵਾੜਾ ਦਾ ਮੇਨ ਮੰਤਵ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਨਾਲ ਖੜ੍ਹੇ ਹਾਂ ਜਿਨ੍ਹਾਂ ਨਾਲ ਕੋਈ ਨਹੀਂ ਹੈਗਾ। ਸਾਡੇ ਪਿੰਗਲਵਾੜੇ 'ਚ ਦਾਖਲ ਵੀ ਉਹੀ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਸੰਸਾਰ ਦੇ ਵਿੱਚ।